इस महीने की जो विचार है वो मैं बेनती करांगा भाई राजविंदर सिंह आप जी के नाल साझी करनगे। पशु परेत मुगद कवतारे, पाहन पार उतारे। नानक दास तेरी सरनाई, सदा सदा बलहारे। नानक दास तेरी सरनाई, सदा सदा बलहारे। चवर छतर तख्त सिंहासन के मालिक, गुरता गद्दी ते सुभाएमान शोभनीक। राजान राज पानान पान देवान देव, उपमा महान जियों के मालिक शहनशाह पिता। वाली कुल आलम सर्ब कायनात सृष्टि के रचनायक। शब्द ब्रह्म सतगुरु धन धन श्री गुरु गुरु ग्रंथ साहिब जी महाराज, जिन्हां दी अपार बख्शिश रहमत दे सदका आप सरबत संगतां अमृत वेले दी हाजरी भर रहे हो। सतगुरु जियां दे दर्शन करके अपने जीवन नूं सफला और सुचज्जा बनाउण दा यतन कर रहे हो। वड भागे हो जो इस संसार सागरन तो तरन दे वास्ते साध संगत रूपी बेड़ी दे विच बैठ करके इस भवजल दे विचों लंघण दा यतन कर रहे हो। क्योंकि साध संगत जी नाव रूप भयो साध संग, भावनिध पार परा। ये बेड़ी दी न्याई जड़ी साध संगत है ना, ये भवजल दे विचों पार कर दिंदी है। उस बेड़ी दे विच आप सरबत संगतां अमृत वेले दी हाजरी भर रहे हो। वड्डियां भागां दे नाल अमृत वेले दी अमुल्ली दात आप सरबत संगतां नूं प्राप्त हुई है। और आप सरबत संगतां जानदे हो कि असू दा महीना सतगुरु जियां दी कृपा सदका सबना दा बतीत होया है। और अज जिन्हों आपां अपनी बोली दे अंदर कत्ते जां कत्तक शब्द वरतदे हाँ, गुरबाणी दे अंदर महाराज जियां ने कत्तिक शब्द वरत्या है। कत्तक महीने दी प्रारंभता अज हुई है। आप जियां ने बाबा जी पासों बड़े सुंदर तरीके दे नाल विचारां सरवण कीतियां। इस महीने का मूल पाठ सरवण किया है। आओ विचारां प्रारंभ करन तो पहला जिन्नियां भी संगतां सतगुरु जियां दी पावन पवित्र हजूरी दे अंदर जुड़ करके विराजमान हो करके सजियां हन, गुरु गोबिंद सिंह साहिब जी महाराज जियां दी बख्शिश कीती हुई फतेह दा सिमरन करिए। कोई भी रसना वांझी ना रहे। गज करके आखो जी वाहिगुरु जी का खालसा वाहिगुरु जी की। कत्तिक कर्म कमावणे, दोष न काहू जोग। साध संगत जी कत्तिक ये महीना महाराज जियां ने गुरबाणी दे अंदर दर्शाया है। हे भाई कत्तक दे महीने दे अंदर
ਤੂੰ ਜੋ ਵੀ ਕਰਮ ਕਮਾਵੇਂਗਾ, ਜਿਹੜਾ ਵੀ ਕਾਰਜ ਕਰੇਂਗਾ, ਉਹਦਾ ਤੈਨੂੰ ਫਲ ਪ੍ਰਾਪਤ ਹੋਵੇਗਾ। ਕਦ ਤੱਕ ਇਹ ਸਰੀਰ ਕਹਿ ਲਓ, ਇਸ ਸਰੀਰ ਦੇ ਨਾਲ ਜਿੰਨੇ ਵੀ ਤੂੰ ਕਾਰਜ ਕਰੇਂਗਾ, ਤੈਨੂੰ ਉਹਨਾਂ ਕਾਰਜਾਂ ਦਾ, ਕਰਮਾਂ ਦਾ ਫਲ ਜਿਹੜਾ ਹੈ ਨਾ, ਉਹ ਜ਼ਰੂਰ ਪ੍ਰਾਪਤ ਹੋਵੇਗਾ। ਸਾਧ ਸੰਗਤ ਜੀ, ਕਰਮ ਫਲਦਾ ਹੈ, ਦੁੱਖ ਵੀ ਫਲਦਾ ਹੈ ਤੇ ਸੁੱਖ ਵੀ ਫਲਦਾ ਹੈ। ਜੇ ਮਨੁੱਖ ਦੁੱਖ ਕਰੇ, ਮੰਦੇ ਕਰਮ ਕਮਾਵੇ, ਉਹਦਾ ਫਲ ਜਿਹੜਾ ਉਹਨੂੰ ਜ਼ਰੂਰ ਪ੍ਰਾਪਤ ਹੁੰਦਾ ਹੈ। ਜੇ ਮਨੁੱਖ ਚੰਗੇ ਕਰਮ ਕਰੇ, ਉਹਦਾ ਫਲ ਵੀ ਮਨੁੱਖ ਨੂੰ ਜ਼ਰੂਰ ਪ੍ਰਾਪਤ ਹੁੰਦਾ ਹੈ। ਮਹਾਰਾਜ ਜੀ ਕਹਿੰਦੇ, ਕੱਤਕ ਦੇ ਮਹੀਨੇ ਦੇ ਅੰਦਰ ਤੂੰ ਜਿਤਨੇ ਕਰਮ ਕਰਦਾ ਹੈ ਜਾਂ ਪ੍ਰਾਰਬਧ ਰੂਪ ਦੇ ਅੰਦਰ ਆਪਣੀ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਹੋਇਆਂ ਤੂੰ ਜਿੰਨੇ ਵੀ ਕਰਮ ਕਰੇਂਗਾ ਜਾਂ ਕਰਦਾ ਆ ਰਿਹਾ ਹੈ ਨਾ, ਤੈਨੂੰ ਉਹਨਾਂ ਦਾ ਫਲ ਜਿਹੜਾ ਹੈ ਉਹ ਜ਼ਰੂਰ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਜੀ, ਗੁਰਬਾਣੀ ਦੇ ਅੰਦਰ ਮਹਾਰਾਜ ਜੀਆਂ ਨੇ ਇਸੇ ਕਰਕੇ ਹੀ ਸ਼ਬਦ ਵਰਤੇ। ਕਹਿਣ ਲੱਗੇ, ਹੇ ਭਲੇ ਜੀਵ, ਐਸੇ ਕਰਮ ਕਰੀ ਜਿਹੜੇ ਕਰਮ ਕਰਨ ਦੇ ਨਾਲ ਤੂੰ ਦਰਗਾਹ ਦੇ ਵਿੱਚ ਉਜਲਾ ਹੋਵੇ, ਕਿਉਂਕਿ ਹਰ ਇੱਕ ਕਰਮ ਦਾ ਫਲ ਜਿਹੜਾ ਹੈ ਨਾ, ਉਹ ਤੈਨੂੰ ਭੋਗਣਾ ਪਵੇਗਾ। ਤੂੰ ਕੰਮ ਹੀ ਐਸਾ ਕਰੀ, ਤੂੰ ਕਰਮ ਹੀ ਐਸਾ ਕਰੀ, ਜਿਸ ਕਰਮ ਦੇ ਨਾਲ ਲੋਕ ਅੰਦਰ, ਪਰਲੋਕ ਅੰਦਰ ਤੇਰਾ ਮੁਖ ਜਿਹੜਾ ਉਹ ਉਜਲਾ ਹੋਵੇ। ਮਹਾਰਾਜ ਜੀਆਂ ਦੀ ਪਾਵਨ ਗੁਰਬਾਣੀ ਕਹਿੰਦੀ, ਦੋਸ਼ ਨਾ ਕਾਹੂ ਜੋਗ। ਐਵੇਂ ਤੇ ਹੋ ਨਹੀਂ ਸਕਦਾ ਕਿ ਕਰਮ ਤੂੰ ਕਰੇ ਤੇ ਇਹਦਾ ਦੋਸ਼ ਜਿਹੜਾ ਉਹ ਕਿਸੇ ਦੇ ਸਿਰ ਉੱਪਰ ਮੜਿਆ ਜਾਵੇ। ਜ਼ਿਆਦਾਤਰ ਜੀਵਾਂ ਦਾ ਸੁਭਾਅ, ਸਾਡਾ ਸਾਰਿਆਂ ਦਾ ਹੀ ਸੁਭਾਅ ਇਹ ਹੈ ਕਿ ਅਸੀਂ ਜਦੋਂ ਕੋਈ ਚੰਗਾ ਕਰਮ ਕਰਦੇ ਹਾਂ ਨਾ, ਉਹਨੂੰ ਕਹਿੰਦੇ ਆ ਇਹ ਸਾਡੀ ਮਿਹਨਤ ਹੈ। ਜਦੋਂ ਕੋਈ ਚੰਗਾ ਕਰਮ ਕਰੀਏ, ਉਹਨੂੰ ਆਪਣੀ ਮਿਹਨਤ ਦਰਸਾਉਂਦੇ ਹਾਂ, ਪਰ ਜਦੋਂ ਕੋਈ ਮਾੜਾ ਕਰਮ ਕਰੀਏ, ਉਹਦਾ ਫਲ ਜਿਹੜਾ ਮਾੜਾ ਪ੍ਰਾਪਤ ਹੋਵੇ, ਮੰਦਾ ਪ੍ਰਾਪਤ ਹੋਵੇ, ਤੇ ਸਾਡਾ ਸੁਭਾਅ ਬਣ ਚੁੱਕਿਆ ਹੈ, ਅਸੀਂ ਕਹਿੰਦੇ ਹਾਂ ਪਰਮਾਤਮਾ ਨੇ ਸਾਡੇ ਲਈ ਚੰਗਾ ਨਹੀਂ ਕੀਤਾ। ਇਹ ਇੱਕ ਦੋਸ਼ ਆਪਾਂ ਪਰਮਾਤਮਾ ਦੇ ਉੱਪਰ ਮੜਦੇ ਹਾਂ। ਪਰ ਮਹਾਰਾਜ ਗੁਰੂ ਅਰਜਨ ਦੇਵ ਸਤਿਗੁਰੂ ਕਹਿੰਦੇ, ਦੋਸ਼ ਨਾ ਕਾਹੂ ਜੋਗ। ਕਰਮ ਤੂੰ ਕਮਾ ਰਿਹਾ ਹੈ, ਪਰ ਉਸ ਦਾ ਦੋਸ਼ ਜਿਹੜਾ ਹੈ ਉਹ ਪਰਮਾਤਮਾ ਦੇ ਉੱਪਰ ਜਾਂ ਹੋਰ ਕਿਸੇ ਦੇ ਉੱਪਰ ਲਾਉਣਾ ਨਾ ਕਰ। ਇਹਦਾ ਫਲ ਤੈਨੂੰ ਹੀ ਭੁਗਤਣਾ ਪਵੇਗਾ। ਮਹਾਰਾਜ ਕਹਿੰਦੇ, ਤੂੰ ਕਰਮ ਹੀ ਐਸਾ ਕਰ ਜਿਸ ਕਰਮ ਦੇ ਨਾਲ ਲੋਕ ਅੰਦਰ, ਪਰਲੋਕ ਅੰਦਰ ਤੇਰੀ ਸੋਭਾ ਹੋਵੇ, ਤੇਰਾ ਮੁਖ ਜਿਹੜਾ ਹੈ ਉਹ ਉਜਲਾ ਹੋਵੇ। ਸਤਿਗੁਰੂ ਗੁਰਬਾਣੀ ਦੇ ਅੰਦਰ ਕਿਰਪਾ ਕਰਦੇ, ਸੋਈ ਕੰਮ ਕਮਾਏ ਜਿਤ ਮੁਖ ਉਜਲਾ। ਕਹਿੰਦੇ ਉਹ ਕਾਰਜ ਕਰ, ਉਹ ਕੰਮ ਕਮਾ ਜਿਸ ਦੇ ਨਾਲ ਤੇਰਾ ਮੁਖ ਜਿਹੜਾ ਹੈ ਨਾ ਉਹ ਉਜਲ ਹੋਵੇ। ਕਿਉਂਕਿ ਜਿਹੜੇ ਚੰਗੇ ਕਰਮ ਕਰਦੇ ਨੇ ਨਾ ਸਾਧ ਸੰਗਤ ਜੀ, ਉਹ ਪ੍ਰਮਾਤਮਾ ਦੀ ਦਰਗਾਹ ਦੇ ਅੰਦਰ ਉੱਤਮ ਮੰਨੇ ਜਾਂਦੇ ਨੇ। ਊਤਮ ਸੇ ਦਰ ਊਤਮ ਕਹੀਐ, ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਵੀ ਫਿਰ ਉੱਤਮ ਜੀਵ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ, ਨੀਚ ਕਰਮ ਬਹਿ ਰੋਏ, ਪਰ ਜਿਨ੍ਹਾਂ ਦੇ ਕਰਮ ਮਾੜੇ ਹੋ ਜਾਣ, ਮੰਦੇ ਹੋ ਜਾਣ, ਉਹ ਝੁਰ ਝੁਰ ਕਰਕੇ ਰੋਂਦੇ ਨੇ। ਮਹਾਰਾਜ ਜੀਆਂ ਨੇ ਇਸੇ ਕਰਕੇ ਹੀ ਗੁਰਬਾਣੀ ਦੇ ਅੰਦਰ ਬਚਨ ਕੀਤਾ ਹੈ ਕਿ ਭਾਈ ਪਰਮਾਤਮਾ ਤੋਂ ਲੁਕਾ ਕਰਕੇ ਤੂੰ ਕੋਈ ਕਰਮ ਕਰੇ ਤੇ ਲੋਕਾਂ ਦੇ ਵਿੱਚ ਕਵੇਂ ਕਿ ਮੈਂ ਬਹੁਤ ਸੁਚੱਜਾ ਹਾਂ, ਪਰ ਉਸ ਦਾ ਫਲ ਤੈਨੂੰ ਭੋਗਣਾ ਪਵੇਗਾ। ਮਹਾਰਾਜ ਕਹਿੰਦੇ, ਕਰੈ ਦੁਖ ਕਰਮ ਦਿਖਾਵੇ ਹੋਰ। ਕਰਦਾ ਤੂੰ ਦੁਖ ਕਰਮ ਪਿਆ ਹੈ, ਮੰਦੇ ਕਰਮ ਕਰਦਾ ਪਿਆ ਹੈ, ਪਰ ਲੋਕਾਂ ਦੇ ਵਿੱਚ ਤੂੰ ਯਤਨ ਕਰਦਾ ਹੈ ਕਿ ਮੈਂ ਸੁਚੱਜਾ ਬਣ ਕਰਕੇ ਪੇਸ਼ ਹੋਵਾਂ, ਮੈਂ ਚੰਗੇ ਕਰਮਾਂ ਵਾਲਾ ਬਣ ਕਰਕੇ ਪੇਸ਼ ਹੋਵਾਂ। ਕਰੈ ਦੁਖ ਕਰਮ ਦਿਖਾਵੇ ਹੋਰ। ਪਰ ਮਹਾਰਾਜ ਕਹਿੰਦੇ, ਰਾਮ ਕੀ ਦਰਗਹਿ ਬਾਧਾ ਚੋਰ।
ਫਿਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਤੂੰ ਬੰਨਿਆ ਜਾਵੇਂਗਾ। ਜਿਵੇਂ ਇੱਕ ਚੋਰ ਨੂੰ ਬੰਨਿਆ ਜਾਂਦਾ ਹੈ ਨਾ, ਉਸ ਤਰ੍ਹਾਂ ਫਿਰ ਤੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੱਜੇਂਗਾ। ਪਰਮਾਤਮਾ ਦੇ ਕੋਲੋਂ ਕੁਝ ਵੀ ਲੁਕਾ ਛੁਪਾ ਨਹੀਂ ਸਕਦਾ। ਜੋ ਤੂੰ ਕਰਮ ਕਰੇਂਗਾ ਉਸ ਦਾ ਫਲ ਤੈਨੂੰ ਭੋਗਣਾ ਪਵੇਗਾ। ਕਤਬ ਕਰਮ ਕਮਾਵਣੇ, ਜਿੰਨੇ ਤੂੰ ਕਰਮ ਕਰੇਂਗਾ। ਫਿਰ ਮਹਾਰਾਜ ਕਹਿੰਦੇ ਦੋਸ਼ ਨਾ ਕਾਹੂ ਜੋਗ, ਇਹਦਾ ਦੋਸ਼ ਤੂੰ ਕਿਸੇ ਹੋਰ ਉੱਪਰ ਨਹੀਂ ਦੇ ਸਕਦਾ। ਸਾਧ ਸੰਗਤ ਜੀ, ਸੰਤ ਮਸਕੀਨ ਜੀ ਕਹਿ ਰਹੇ ਸਨ ਕਿ ਮਹਾਤਮਾ ਬੁੱਧ ਹੋਏ ਨੇ ਨਾ, ਉਹਨਾਂ ਨੇ ਕਰਮ ਨੂੰ ਭਗਵਾਨ ਕਿਹਾ ਆਪਣੀ ਰਸਨਾ ਤੋਂ। ਕਿਉਂ? ਕਿਉਂਕਿ ਕਰਮ ਕਮਾਉਣ ਦੇ ਨਾਲ ਮਨੁੱਖ ਅਗਾਂਹ ਵੱਧਦਾ ਹੈ। ਕਰਮ ਕਮਾਉਣ ਦੇ ਨਾਲ ਮੁੱਖ ਪਿਛਾਂਹ ਹਟਦਾ ਹੈ। ਕਰਮ ਕਮਾਉਣ ਦੇ ਨਾਲ ਮਨੁੱਖ ਦੀ ਅਵਸਥਾ ਜਿਹੜੀ ਉਹ ਉੱਚੀ ਹੁੰਦੀ ਹੈ। ਕਰਮਾਂ ਦਾ ਲੇਖਾ ਜੋਖਾ ਐਸਾ ਹੈ ਕਿ ਤੂੰ ਜੋ ਕਰਮ ਕਰੇਂਗਾ ਉਹਦੇ ਵਿੱਚ ਪਰਮਾਤਮਾ ਤੇਰੀ ਸਹਾਇਤਾ ਕਰੇਗਾ। ਚੰਗੇ ਕਰਮ ਦੇ ਅੰਦਰ ਪਰਮਾਤਮਾ ਆਪ ਸਹਾਇਤਾ ਕਰਦਾ ਹੈ, ਮੰਦੇ ਕਰਮ ਦਾ ਪਰਮਾਤਮਾ ਆਪ ਫਲ ਦਿੰਦਾ ਹੈ। ਇਹਦਾ ਤੇ ਆਪਾਂ ਪਰਮਾਤਮਾ ਨੂੰ ਦੋਸ਼ ਦੇ ਹੀ ਨਹੀਂ ਨਾ ਸਕਦੇ। ਜੋ ਜੀਵ ਕਰਮ ਕਰ ਰਿਹਾ ਹੈ ਨਾ, ਅਸਲ ਦੇ ਵਿੱਚ ਉਹੀ ਫਲ ਜਿਹੜਾ ਹੈ ਉਹ ਮਨੁੱਖ ਨੂੰ ਪ੍ਰਾਪਤ ਹੋ ਰਿਹਾ ਹੈ। ਦੋਸ਼ ਨਾ ਕਾਹੂ ਜੋਗ, ਸਤਿਗੁਰੂ ਕਹਿੰਦੇ ਤੂੰ ਇਹਦਾ ਦੋਸ਼ ਹੋਰ ਕਿਸੇ ਨੂੰ ਦੇਣਾ ਨਾ ਕਰ। ਕਿਉਂ? ਆਪ ਸਰਬੱਤ ਸੰਗਤਾਂ ਸਤਿਗੁਰੂ ਜੀਆਂ ਦੀ ਗੁਰਬਾਣੀ ਪੜ੍ਹ ਕਰਕੇ ਹਟੇ ਹੋ। ਸਤਿਗੁਰੂ ਕਹਿੰਦੇ ਆਪੇ ਬੀਜ ਆਪੇ ਹੀ ਖਾਹੋ, ਜੋ ਭਾਈ ਤੂੰ ਬੀਜੇਂਗਾ ਉਹੀ ਤੈਨੂੰ ਖਾਣਾ ਪਵੇਗਾ। ਕਰਮ ਧਰਤੀ ਸਰੀਰ ਜੁਗ ਅੰਤਰ, ਜੋ ਬੀਵੈ ਜੋ ਬੋਵੈ ਸੋ ਖਾਤ। ਕਹਿੰਦੇ ਇਸ ਕਰਮ ਰੂਪੀ ਸਰੀਰ ਦੇ ਅੰਦਰ, ਇਸ ਧਰਤੀ ਦੇ ਅੰਦਰ ਜੋ ਤੂੰ ਬੀਜੇਂਗਾ ਉਹ ਤੈਨੂੰ ਵੱਢਣਾ ਪਵੇਗਾ। ਕਰਮ ਧਰਤੀ ਸਰੀਰ ਕਲਯੁਗ ਵਿੱਚ, ਜਿਹਾ ਕੋ ਬੀਜੈ ਤੇਹਾ ਕੋ ਖਾਵੈ। ਜੋ ਤੂੰ ਬੀਜੇਂਗਾ ਉਹ ਤੈਨੂੰ ਖਾਣਾ ਪਵੇਗਾ। ਇਸ ਕਰਕੇ ਮਹਾਰਾਜ ਜੀਆਂ ਨੇ ਗੁਰਬਾਣੀ ਦੇ ਅੰਦਰ ਇੱਥੋਂ ਤੱਕ ਕਿਹਾ, ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਕਹਿੰਦੇ ਜਦੋਂ ਅਸੀਂ ਜੀਵਾਂ ਨੇ ਆਪਣਾ ਹੀ ਕੀਤਾ ਪਾਉਣਾ ਹੈ ਤਾਂ ਕਮਾਈ ਜਿਹੜੀ ਹੈ ਉਹ ਬੁਰੀ ਕਿਉਂ ਕਰੀਏ। ਬੁਰੀ ਜਿਹੜੀ ਹੈ ਕਮਾਈ ਜਿਹੜੀ ਹੈ ਉਹ ਕਿਉਂ ਕਰਨੀ ਚਾਹੀਦੀ ਹੈ ਜਦੋਂ ਆਪਣਾ ਹੀ ਕੀਤਾ ਪਾਉਣਾ ਹੈ। ਜਿਹਾ ਕਿਤੋਨ ਤੇਹਾ ਪਾਇਆ, ਜਿਹੇ ਕਰਮ ਕਮਾਏ। ਜਿਵੇਂ ਦਾ ਕਰਾਂਗੇ ਉਵੇਂ ਦਾ ਹੀ ਪਾਵਾਂਗੇ ਨਾ। ਮਹਾਰਾਜ ਜੀਆਂ ਨੇ ਕਿਹਾ ਹੈ ਨਾ, ਕਰਮਾ ਸੰਧੜਾ ਖੇਤ। ਸਤਿਗੁਰ ਕਹਿੰਦੇ ਇਹ ਤੇ ਕਰਮਾ ਸੰਧੜਾ ਖੇਤ ਹੈ, ਜਿਵੇਂ ਦਾ ਬੀਜੇਂਗਾ ਭਾਈ ਉਵੇਂ ਦਾ ਹੀ ਵੱਢ ਲਵੇਂਗਾ। ਇਸ ਕਰਕੇ ਐਸੇ ਕਰਮ ਨਾ ਕਮਾ ਜਿਨ੍ਹਾਂ ਕਰਮਾਂ ਦੇ ਨਾਲ ਪਰਮਾਤਮਾ ਦੀ ਦਰਗਾਹ ਦੇ ਵਿੱਚ ਤੈਨੂੰ ਸ਼ਰਮਿੰਦਾ ਹੋਣਾ ਪਵੇ। ਭਗਤ ਫਰੀਦ ਜੀ ਕਹਿੰਦੇ ਨੇ ਨਾ, ਫਰੀਦਾ ਜਿੰਨੀ ਕਮੀ ਨਾਹੀਂ ਗੁਣ। ਜਿਹੜੇ ਕਰਮਾਂ ਨੂੰ ਕਰਕੇ ਕੋਈ ਗੁਣ ਪ੍ਰਾਪਤ ਨਹੀਂ ਹੁੰਦਾ, ਜਿਹੜੇ ਕੰਮਾਂ ਨੂੰ ਕਰਨ ਦੇ ਨਾਲ ਸਾਨੂੰ ਕੁਝ ਪ੍ਰਾਪਤ ਨਹੀਂ ਹੁੰਦਾ, ਕਹਿੰਦੇ ਤੇ ਕਮੜੇ ਵਿਸਾਰ। ਕਹਿੰਦੇ ਉਹ ਕੰਮ ਤੂੰ ਛੱਡ ਕਿਉਂ ਨਹੀਂ ਦਿੰਦਾ, ਉਹ ਕੰਮਾਂ ਨੂੰ ਤੂੰ ਵਿਸਾਰ ਕਿਉਂ ਨਹੀਂ ਦਿੰਦਾ। ਫਰੀਦਾ ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੀ ਸਾਈਂ ਦਾ ਦਰਬਾਰ। ਕਹਿੰਦੇ ਮਤਾ ਤੈਨੂੰ ਉਹਨਾਂ ਕਰਮਾਂ ਦੇ ਕਾਰਨ ਸ਼ਰਮਿੰਦਾ ਹੋਣਾ ਪਵੇ ਪਰਮਾਤਮਾ ਦੀ ਦਰਗਾਹ ਦੇ ਅੰਦਰ, ਪਰ ਤੂੰ ਪਹਿਲਾਂ ਹੀ ਉਹਨਾਂ ਕਰਮਾਂ ਦਾ ਤਿਆਗ ਕਰ ਦੇ, ਉਹਨਾਂ ਨੂੰ ਕਰਮਾਂ ਨੂੰ ਛੱਡ ਦੇ। ਦੋਸ਼ ਨਾ ਕਾਹੂ ਜੋਗ, ਇਹਦਾ ਦੋਸ਼ ਜਿਹੜਾ ਹੈ ਨਾ ਹੋਰ ਕਿਸੇ ਦੇ ਉੱਪਰ ਨਾ ਮੜ। ਸਾਧ ਸੰਗਤ ਜੀ, ਮਹਾਰਾਜ ਜੀਆਂ ਦੀ ਗੁਰਬਾਣੀ ਦੇ ਅੰਦਰ ਸਤਿਗੁਰੂ ਜੀਆਂ ਨੇ ਕਿਹਾ ਹੈ ਕਿ ਦੇਖ ਭਾਈ, ਇਹਦਾ ਦੋਸ਼ ਕੇਵਲ ਤੈਨੂੰ ਹੀ ਭੁਗਤਣਾ ਪਵੇਗਾ। ਕਿਉਂਕਿ ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ। ਕਹਿੰਦੇ ਤੂੰ ਹੋਰ ਕਿਸੇ ਨੂੰ ਦੋਸ਼ ਤੇ ਦੇ ਨਹੀਂ ਸਕਦਾ। ਤੇਰੇ ਕਰਮਾਂ ਦਾ ਕੀਤਾ ਹੋਇਆ ਦੋਸ਼ ਜਿਹੜਾ ਹੈ, ਜਿਹੜੇ ਕਰਮਾਂ ਦਾ ਕੀਤਾ ਹੋਇਆ ਫਲ ਹੈ, ਉਹ ਤੈਨੂੰ ਭੁਗਤਣਾ ਪੈ ਰਿਹਾ। ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜੋ ਮੈਂ ਕੀਤਾ ਹੈ ਸਤਿਗੁਰੂ ਉਹੀ ਮੈਨੂੰ ਭੁਗਤਣਾ ਪਵੇਗਾ। ਇਹਦਾ ਦੋਸ਼ ਜਿਹੜਾ ਹੋਰ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ। ਸਤਿਗੁਰੂ ਭਗਤ ਤਰਲੋਚਨ ਜੀ ਦਾ ਗੁਰਬਾਣੀ ਦੇ ਅੰਦਰ ਬੜਾ ਸੋਹਣਾ ਸੁੰਦਰ ਫਰਮਾਨ।
ਭਗਤ ਤਰਲੋਚਨ ਜੀ ਕਹਿੰਦੇ, ਨਾਰਾਇਣ ਨਿੰਦਸ ਕਾਏ ਭੁੱਲੀ ਗਵਾਰੀ। ਹੇ ਭੁੱਲੀ ਜਿੰਦੇ, ਮੂਰਖ ਜਿੰਦੇ, ਤੂੰ ਕਿਉਂ ਪ੍ਰਮਾਤਮਾ ਨੂੰ ਨਿੰਦਦੀ ਹੈ? ਤੂੰ ਕਿਉਂ ਪ੍ਰਮਾਤਮਾ ਨੂੰ ਦੋਸ਼ ਦਿੰਦੀ ਹੈ? ਨਾਰਾਇਣ ਨਿੰਦਸ ਕਾਏ ਭੁੱਲੀ ਗਵਾਰੀ, ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮਰੀ। ਕਹਿੰਦੇ ਇਹ ਪਾਪ ਜਿਹੜੇ ਨੇ ਜਾਂ ਚੰਗੇ ਪੁੰਨ ਜਿਹੜੇ ਨੇ, ਉਹਨਾਂ ਦਾ ਫਲ ਹੀ ਤੈਨੂੰ ਪ੍ਰਾਪਤ ਹੋ ਰਿਹਾ ਹੈ ਨਾ, ਇਸ ਕਰਕੇ ਤੂੰ ਪ੍ਰਮਾਤਮਾ ਨੂੰ ਦੋਸ਼ ਨਾ ਦੇ। ਸਾਧ ਸੰਗਤ, ਇਸੇ ਸ਼ਬਦ ਦੇ ਅੰਦਰ ਹੀ ਭਗਤ ਤਰਲੋਚਨ ਜੀ ਆਪਣੀ ਘਰਵਾਲੀ ਨੂੰ ਸਮਝਾਉਂਦੇ, ਇਸ ਜੀਵ ਜਿੰਦ ਨੂੰ ਸਮਝਾਉਂਦੇ ਨੇ, ਪੂਰਬਲੋ ਕ੍ਰਿਤ ਕਰਮ ਨਾ ਮਿਟੈ ਰੀ, ਕਰ ਗੇਹਣ ਤਾਚੇ ਮੋਹੇ ਜਾਪੀਐਲੇ, ਰਾਮ ਚੇ ਨਾਮਣ। ਕਹਿੰਦੇ ਪੂਰਬਲੇ ਕਰਮ ਜਿਹੜੇ ਹਨ ਨਾ, ਉਹ ਮਿਟਦੇ ਨਹੀਂ, ਭਾਵੇਂ ਉਹ ਚੰਗੇ ਹੋਣ ਭਾਵੇਂ ਉਹ ਬੁਰੇ ਹੋਣ। ਪੂਰਬਲੇ ਕਰਮਾਂ ਨੂੰ ਕੋਈ ਮਿਟਾ ਨਹੀਂ ਸਕਦਾ। ਉਹਨਾਂ ਦਾ ਫਲ ਜੇਕਰ ਭੁਗਤਣਾ ਹੀ ਹੈ ਤੇ ਪ੍ਰਮਾਤਮਾ ਦਾ ਨਾਮ ਹੀ ਕਿਉਂ ਨਾ ਜਪਿਆ ਜਾਵੇ। ਪੂਰਬਲੋ ਕ੍ਰਿਤ ਕਰਮ ਨਾ ਮਿਟੈ ਰੀ, ਕਰ ਗੇਹਣ ਤਾਚੇ ਮੋਹੇ ਜਾਪੀਐਲੇ, ਰਾਮ ਚੇ ਨਾਮੰ। ਬਦਲ ਤਰਲੋਚਨ ਰਾਮ ਜੀ ਕਹਿੰਦੇ ਫਿਰ ਪ੍ਰਮਾਤਮਾ ਵਾਹਿਗੁਰੂ ਜੀਆਂ ਦਾ ਹੀ ਭਜਨ ਕਰ, ਪ੍ਰਮਾਤਮਾ ਵਾਹਿਗੁਰੂ ਜੀਆਂ ਨੂੰ ਸਿਮਰ। ਸਾਧ ਸੰਗਤ ਜੀ, ਸੰਗਤ ਦੀ ਬੜੀ ਵੱਡੀ ਵਡਿਆਈ ਹੈ। ਭਾਵੇਂ ਕਿ ਮਹਾਰਾਜ ਜੀਆਂ ਨੇ ਕਿਹਾ ਹੈ ਨਾ, ਕਰਮ ਨਹੀਂ ਮਿਟਦੇ, ਪਰ ਸੰਗਤ ਦੀ ਵਡਿਆਈ ਐਸੀ ਹੈ, ਸੰਗਤ ਦੇ ਵਿੱਚ ਜੋ ਵੀ ਆਉਂਦਾ ਹੈ ਨਾ, ਉਹਦੇ ਕਰਮ ਜਿਹੜੇ ਸਤਿਗੁਰੂ ਬਦਲ ਦਿੰਦਾ। ਸਾਧ ਸੰਗਤ, ਭਾਈ ਕਲਿਆਣਾ ਆਪ ਜੀਆਂ ਨੇ ਸਾਖੀ ਸਰਵਣ ਕੀਤੀ ਹੋਵੇਗੀ। ਭਾਈ ਕਲਿਆਣਾ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਰਨ ਦੇ ਵਿੱਚ ਆਇਆ, ਰਾਜੇ ਹਰੀ ਸੈਣ ਨੂੰ ਲੈ ਕਰਕੇ। ਜਦੋਂ ਹਰੀ ਸੈਣ ਨੂੰ ਲੈ ਕਰਕੇ ਆਇਆ, ਗੁਰੂ ਅਰਜਨ ਦੇਵ ਜੀ ਮਹਾਰਾਜ ਕਥਾ ਸੁਣਾ ਰਹੇ ਸਨ, ਲੇਖ ਨਾ ਮਿਟਹੀ ਹੈ ਸਖੀ, ਜੋ ਲਿਖਿਆ ਕਰਤਾਰ। ਕਹਿੰਦੇ ਉਹ ਲੇਖ ਜਿਹੜਾ ਮਿਟਿਆ ਨਹੀਂ ਜਾ ਸਕਦਾ, ਜੋ ਕਰਤਾਰ ਪ੍ਰਮਾਤਮਾ ਵਾਹਿਗੁਰੂ ਲਿਖ ਦਵੇ। ਸਾਧ ਸੰਗਤ, ਇਸ ਭਾਈ ਕਲਿਆਣੇ ਦੇ ਨਾਲ ਜਿਹੜਾ ਰਾਜਾ ਹਰੀ ਸੈਣ ਆਇਆ ਸੀ ਨਾ, ਉਹ ਕਹਿੰਦਾ ਜੇ ਗੁਰੂ ਕੋਲੋਂ ਲੇਖ ਹੀ ਨਹੀਂ ਮਿਟ ਸਕਦਾ ਤੇ ਫਿਰ ਗੁਰੂ ਕੋਲ ਕਰਨ ਵੀ ਕੀ ਜਾਣਾ ਹੈ। ਉਹਦੇ ਮਨ ਦੇ ਵਿੱਚ ਸ਼ੰਕਾ ਆਇਆ। ਗੁਰੂ ਸਾਹਿਬ ਅੰਤਰਜਾਮੀ ਜਾਨੀ ਜਾਣ ਨੇ ਜਦੋਂ ਇਹਨੇ ਬੇਨਤੀ ਕੀਤੀ, ਮਹਾਰਾਜ ਜੇ ਗੁਰੂ ਦੀ ਸ਼ਰਨ ਦੇ ਵਿੱਚ ਆਣ ਕਰਕੇ, ਜੇ ਸਾਧ ਸੰਗਤ ਵਿੱਚ ਆਣ ਕਰਕੇ ਲੇਖ ਨਹੀਂ ਮਿਟ ਸਕਦਾ ਤੇ ਫਿਰ ਸਾਧ ਸੰਗਤ ਕਿਉਂ ਕਰਨੀ, ਫਿਰ ਗੁਰੂ ਦੀ ਸ਼ਰਨ ਹੀ ਕਿਉਂ ਆਉਣਾ ਚਾਹੀਦਾ ਹੈ। ਜੋ ਲੇਖ ਹੈ ਉਹ ਆਪੇ ਹੀ ਅਸੀਂ ਭੁਗਤ ਲਵਾਂਗੇ, ਜੇ ਗੁਰੂ ਮੇਟ ਨਹੀਂ ਸਕਦਾ। ਮਹਾਰਾਜ ਕਹਿਣ ਲੱਗੇ ਤੇਰਾ ਸ਼ੰਕਾ ਨਿਵਰਤ ਹੋਵੇਗਾ। ਸਾਧ ਸੰਗਤ, ਅਗਲਾ ਦਿਨ ਹੋਇਆ, ਇਹ ਰਾਜਾ ਹਰੀ ਸੈਣ ਰਾਤ ਆਪਣੇ ਘਰ ਦੇ ਵਿੱਚ ਗਿਆ। ਜਦੋਂ ਆਰਾਮ ਕਰ ਰਿਹਾ ਸੀ ਨਾ, ਇਹਨੂੰ ਸੁਪਨਾ ਆਇਆ। ਦੇਖੋ ਇਹ ਕੋਈ ਆਪਾਂ ਕਹਿ ਲਈਏ ਕਿ ਕਿਸੇ ਦੀ ਸੁਣਾਈ ਗੱਲ ਨਹੀਂ ਹੁੰਦੀ, ਇਹ ਜੋ ਉਸ ਸਮੇਂ ਦੀ ਸਾਖੀ ਹੈ ਕਿ ਉਸ ਰਾਜੇ ਹਰੀ ਸੈਣ ਦੇ ਨਾਲ ਇਹ ਵਾਪਰਿਆ। ਸੁਪਨਾ ਆਇਆ ਰਾਜੇ ਹਰੀ ਸੈਣ ਨੂੰ, ਔਰ ਸੁਪਨੇ ਦੇ ਵਿੱਚ ਕੀ ਦੇਖਦਾ ਹੈ ਕਿ ਉਹਦਾ ਜਨਮ ਕਿਸੇ ਚੰਡਾਲ ਦੇ ਘਰ ਦੇ ਵਿੱਚ ਹੁੰਦਾ। ਚੰਡਾਲ ਦੇ ਘਰ ਦੇ ਵਿੱਚ ਜਨਮ ਹੋਇਆ, ਵੱਡਾ ਹੋਇਆ, ਉਹਦਾ ਵਿਆਹ ਹੋਇਆ, ਧੀਆਂ ਪੁੱਤਰਾਂ ਨੇ ਜਨਮ ਲਿਆ। ਫਿਰ ਉਹਨਾਂ ਧੀਆਂ ਪੁੱਤਰਾਂ ਦੇ ਵਿਆਹ ਕੀਤੇ। ਵਿਆਹ ਕਰਨ ਤੋਂ ਬਾਅਦ ਇਹਦੀ ਮੌਤ ਵੀ ਹੋ ਗਈ। ਇਹ ਸੁਪਨਾ ਆ ਰਿਹਾ ਹੈ ਰਾਜੇ ਹਰੀ ਸੈਣ ਨੂੰ, ਮੌਤ ਹੋ ਗਈ ਔਰ ਇਹਨੂੰ ਦਫਨਾ ਦਿੱਤਾ ਗਿਆ। ਸਾਧ ਸੰਗਤ, ਸੁਪਨਾ ਖੁੱਲਿਆ, ਸਰੀਰ ਜਿਹੜਾ ਹੈ ਪਸੀਨੋ ਪਸੀਨੀ ਹੋ ਪਿਆ ਕਿ ਮੇਰੇ ਨਾਲ ਇਹ ਕੀ ਵਾਪਰਿਆ। ਅਗਲੇ ਦਿਨ ਸਾਧ ਸੰਗਤ ਜੀ ਸਤਿਗੁਰੂ ਜੀਆਂ ਦੇ ਕੋਲ ਗਿਆ। ਸਤਿਗੁਰੂ ਜੀ ਇਹਨੂੰ ਬਾਹਰ ਜੰਗਲ ਵੱਲ ਲੈ ਗਏ। ਕਹਿੰਦੇ ਆਓ ਬਾਹਰ ਚੱਲ ਕਰਕੇ ਦੇਖੀਏ, ਕਿਉਂਕਿ ਸਤਿਗੁਰੂ ਜੀਆਂ ਦਾ ਕੌਤਕ ਸੀ। ਤੇ ਰਾਜਾ ਹਰੀ ਸੈਣ ਜਿਹੜਾ ਸੀ ਨਾ, ਸ਼ਿਕਾਰ ਖੇਡਣ ਦੇ ਵਿੱਚ ਬੜਾ ਚਿੱਤ ਰੱਖਦਾ ਸੀ। ਸਾਧ ਸੰਗਤ ਜੀ, ਗੁਰੂ ਸਾਹਿਬ ਜੰਗਲ ਦੇ ਵੱਲ ਨੂੰ ਜਾਂਦੇ ਨੇ, ਰਾਜਾ ਹਰੀ ਸੈਣ ਮਗਰ। ਜਦੋਂ ਰਾਜੇ ਸੈਣ ਨੇ, ਹਰੀ ਸੈਣ ਨੇ ਹਰਨ ਦੇਖਿਆ, ਹਿਰਨ ਨੂੰ ਦੇਖ ਕਰਕੇ ਆਪਣੇ ਘੋੜੇ ਨੂੰ ਅੱਡੀ ਲਾ ਕਰਕੇ ਉਹਦੇ ਮਗਰ ਦੌੜਿਆ, ਗੁਰੂ ਸਾਹਿਬ ਜੀ ਨਾਲੋਂ ਵਿਛੜ ਗਿਆ। ਉੱਥੇ ਇੱਕ ਦਰਖਤ ਥੱਲੇ ਬੈਠ ਕਰਕੇ ਤੇ ਸਾਧ ਸੰਗਤ ਜੀ ਵਿਸ਼ਰਾਮ ਕਰਨ ਲੱਗਾ। ਉਧਰੋਂ ਇੱਕ ਲਾਗਲੇ ਪਿੰਡ ਦੇ ਵਿੱਚੋਂ ਇੱਕ ਬੱਚਾ ਨੌਜਵਾਨ ਭੱਜਾ ਆਵੇ। ਉਹ ਇਹਨੂੰ ਦੇਖ ਕਰਕੇ ਫਿਰ ਵਾਪਸ ਮੁੜ ਗਿਆ, ਆਪਣੇ ਪਿੰਡ ਦੇ ਵਿੱਚ ਗਿਆ। ਆਪਣੇ ਪਰਿਵਾਰ ਨੂੰ ਕਿਹਾ ਕਿ ਜਿਸ ਪਿਤਾ ਨੂੰ ਆਪਾਂ ਦਫਨਾ ਕਰਕੇ ਆਏ ਸੀ ਨਾ, ਉਹ ਪਿਤਾ ਜਿਹੜਾ ਹੈ ਇਸ ਜੰਗਲ ਦੇ ਵਿੱਚ ਰੁੱਖ ਦੇ ਨੀਚੇ ਵਿਸ਼ਰਾਮ ਕਰ ਰਿਹਾ ਹੈ। ਸਾਧ ਸੰਗਤ, ਪਿੰਡ ਦੇ ਮੋਹਤਬਾਰਾਂ ਨੂੰ ਨਾਲ ਲਿਆ।
ਔਰ ਪਿੰਡ ਦੇ ਮੋਹਤਬਾਰ ਪਰਿਵਾਰ ਜਿਹੜਾ ਹੈ ਰਾਜੇ ਹਰੀ ਸੈਣ ਦੇ ਕੋਲ ਆਇਆ। ਇਹਨੂੰ ਸੁਪਨਾ ਜਿਹੜਾ ਆਇਆ ਸੀ ਉਹ ਸੁਪਨਾ ਇਹਦਾ ਸੱਚ ਹੋਇਆ। ਰਾਜੇ ਹਰੀ ਸੈਣ ਕੋਲ ਜਦੋਂ ਸਾਰੇ ਆਏ, ਸਾਧ ਸੰਗਤ ਜੀ ਆਣ ਕਰਕੇ ਵਿਰਲਾਪ ਕਰਨ ਲੱਗੇ। ਕਹਿੰਦੇ ਦੇਖ, ਤੈਨੂੰ ਤੇ ਅਸੀਂ ਦਫਨਾਇਆ ਸੀ, ਪਰ ਤੂੰ ਜਾਪਦਾ ਸਾਡੇ ਨਾਲ ਕੋਈ ਚਲਾਕੀ ਕੀਤੀ ਹੈ। ਤੂੰ ਤੇ ਮਰ ਚੁੱਕਾ ਸਾਂ, ਪਰ ਤੂੰ ਲੱਗਦਾ ਸਾਡੇ ਨਾਲ ਕੋਈ ਚਲਾਕੀ ਕੀਤੀ ਹੈ। ਚੱਲ ਕਰਕੇ ਆਪਣੀਆਂ ਭੇਡਾਂ ਬੱਕਰੀਆਂ ਜਿਹੜੀਆਂ ਨੇ ਉਹਨਾਂ ਨੂੰ ਸਾਂਭ, ਆਪਣੇ ਘਰ ਪਰਿਵਾਰ ਦੇ ਵਿੱਚ ਆ। ਜਦੋਂ ਉਹ ਘਰ ਵਾਲੀ ਵਿਰਲਾਪ ਕਰੇ ਤੇ ਕਹਿਣ ਲੱਗਾ, ਮੈਂ ਤੇ ਰਾਜਾ ਹਰੀ ਸੈਣ ਹਾਂ, ਮੈਂ ਤੇ ਤੁਹਾਨੂੰ ਜਾਣਦਾ ਨਹੀਂ ਕਿ ਤੁਸੀਂ ਕੌਣ ਹੋ। ਜਦੋਂ ਸਾਧ ਸੰਗਤ ਜੀ ਉੱਥੇ ਗੁਰੂ ਸਾਹਿਬ ਫਿਰ ਆਏ, ਗੁਰੂ ਸਾਹਿਬ ਨੇ ਆਣ ਕਰਕੇ ਇਹ ਸਾਰੀ ਵਾਰਤਾ ਸੁਣੀ ਤੇ ਸਤਿਗੁਰੂ ਜੀਆਂ ਨੇ ਫਿਰ ਉਹਦੀ ਬੰਦ ਖਲਾਸੀ ਕਰਾਈ। ਸਤਿਗੁਰੂ ਦੇ ਪਰਿਵਾਰ ਨੂੰ ਕਹਿਣ ਲੱਗੇ, ਜੇ ਤੇ ਇਹ ਤੁਹਾਡਾ ਮੈਂਬਰ ਹੈ, ਉਹਨਾਂ ਪੁੱਤਰਾਂ ਨੂੰ ਕਹਿਣ ਲੱਗੇ ਤੁਹਾਡਾ ਪਿਤਾ ਹੈ, ਤੇ ਜਿਸ ਨੂੰ ਤੁਸੀਂ ਦਫਨਾ ਕਰਕੇ ਆਏ ਸੋ ਉਹ ਮੁਰਦਾ ਜਿਹੜਾ ਹੈ ਉਸ ਕਬਰ ਦੇ ਵਿੱਚ ਨਾ ਹੋਇਆ, ਫਿਰ ਇਹ ਤੁਹਾਡਾ ਪਿਤਾ ਹੈ। ਜੋ ਮੁਰਦਾ ਕਬਰ ਦੇ ਵਿੱਚ ਹੋਇਆ, ਫਿਰ ਇਹ ਰਾਜਾ ਹਰੀ ਸੈਣ ਹੈ, ਅਸੀਂ ਮੰਨ ਲਵਾਂਗੇ। ਸਾਧ ਸੰਗਤ, ਇਹ ਰਾਜਾ ਹਰੀ ਸੈਣ, ਗੁਰੂ ਸਾਹਿਬ ਸਾਰੀ ਸੰਗਤ ਜਿਹੜੀ ਉਸ ਕਬਰ ਦੇ ਕੋਲ ਗਈ, ਉਸ ਕਬਰ ਨੂੰ ਪੁੱਟ ਕਰਕੇ ਦੇਖਿਆ ਕਿ ਉਸ ਦੇ ਵਿੱਚ ਉਹ ਮੁਰਦਾ ਜਿਹੜਾ ਸੀ ਨਾ, ਉਹ ਪਹਿਲਾਂ ਹੀ ਉਹਦੀ ਲਾਸ਼ ਜਿਹੜੀ ਸੀ ਉਹ ਪਈ ਸੀ। ਤੇ ਸਤਿਗੁਰੂ ਜੀਆਂ ਨੇ ਇਹਦੀ ਉੱਥੋਂ ਬੰਦ ਖਲਾਸੀ ਕਰਾਈ। ਅਗਲੇ ਦਿਨ ਦਰਬਾਰ ਦੇ ਵਿੱਚ ਜਦੋਂ ਆਇਆ, ਬੜਾ ਉਦਾਸ ਹੈ, ਚਿਹਰਾ ਜਿਹੜਾ ਹੈ ਉਹ ਮੁਰਝਾਇਆ ਹੋਇਆ ਹੈ। ਸਤਿਗੁਰੂ ਕਹਿੰਦੇ, ਦੱਸ ਹਰੀ ਸੈਣ ਰਾਜੇ, ਕੀ ਗੱਲ ਹੈ, ਅੱਜ ਚਿਹਰਾ ਕਿਉਂ ਮੁਰਝਾਇਆ? ਸਤਿਗੁਰੂ ਜੀ, ਤੁਸੀਂ ਜਾਣੀ ਜਾਣ ਹੋ, ਤੁਸੀਂ ਜਾਣਦੇ ਹੋ, ਪਰ ਮੈਂ ਸੰਗਤਾਂ ਦੇ ਗਿਆਤ ਵਾਸਤੇ ਦੱਸ ਦਵਾਂ, ਜਿਹੜਾ ਮੈਨੂੰ ਰਾਤ ਸੁਪਨਾ ਆਇਆ ਸੀ ਨਾ, ਉਸ ਸੁਪਨੇ ਦੇ ਵਿੱਚ ਜਿਹੜੀ ਮੇਰੀ ਘਰ ਵਾਲੀ ਸੀ ਉਹ ਸੱਚਮੁੱਚ ਇਹੀ ਸੀ। ਜਿਹੜੇ ਮੇਰੇ ਧੀਆਂ ਪੁੱਤਰ ਮੇਰੇ ਸੁਪਨੇ ਦੇ ਵਿੱਚ ਆਏ ਸਨ, ਉਹ ਸੱਚਮੁੱਚ ਇਹ ਰੋਂਦੇ ਸਨ। ਮੈਂ ਪਹਿਲਾਂ ਵੀ ਇਹਨਾਂ ਨੂੰ ਮਿਲਿਆ ਹਾਂ। ਜਦੋਂ ਇਤਨੇ ਬਚਨ ਕੀਤੇ, ਕਹਿਣ ਲੱਗਾ, ਸਤਿਗੁਰੂ ਤੁਸੀਂ ਮੈਨੂੰ ਛਡਾ ਲਿਆ ਹੈ। ਮਹਾਰਾਜ ਕਹਿੰਦੇ, ਤੂੰ ਸ਼ੰਕਾ ਕਰਦਾ ਸੀ ਨਾ, ਲੇਖ ਨਾ ਮਿਟਹੀ ਹੈ ਸਖੀ, ਜੋ ਲਿਖਿਆ ਕਰਤਾਰ। ਤੇਰਾ ਜਿਹੜਾ ਕਰਮ ਸੀ ਨਾ, ਉਹ ਅਗਲਾ ਤੇਰਾ ਕਰਮ ਦੇ ਕਾਰਨ ਤੇਰਾ ਜਨਮ ਜਿਹੜਾ ਸੀ ਚੰਡਾਲ ਦੇ ਘਰ ਦੇ ਵਿੱਚ ਸੀ, ਪਰ ਤੂੰ ਸਾਧ ਸੰਗਤ ਕੀਤੀ ਹੈ, ਤੂੰ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਸੀ। ਤੇਰਾ ਉਹ ਕਰਮ ਜਿਹੜਾ, ਤੇਰਾ ਉਹ ਜਨਮ ਜਿਹੜਾ ਚੰਡਾਲ ਦੇ ਘਰ ਵਾਲਾ, ਪਰਮਾਤਮਾ ਨੇ ਸੁਪਨੇ ਦੇ ਵਿੱਚ ਹੀ ਕੱਟ ਦਿੱਤਾ। ਸਾਧ ਸੰਗਤ, ਇਤਨੀ ਵੱਡੀ ਵਡਿਆਈ ਗੁਰੂ ਦੀ ਸਾਧ ਸੰਗਤ ਦੀ ਹੈ, ਪਰਮਾਤਮਾ ਦੀ ਸ਼ਰਨ ਦੀ ਹੈ। ਸਤਿਗੁਰੂ ਕਹਿਣ ਲੱਗੇ, ਅਸੀਂ ਪਰਮਾਤਮਾ ਦੀ ਰਜ਼ਾ ਨੂੰ ਵੀ ਨਹੀਂ ਮੇਟਿਆ, ਪਰਮਾਤਮਾ ਦੀ ਜੋ ਰਜ਼ਾ ਸੀ ਉਸ ਨੂੰ ਮੇਟਿਆ ਵੀ ਨਹੀਂ, ਔਰ ਤੇਰਾ ਜਿਹੜਾ ਜਨਮ ਸੀ ਉਹ ਇੱਕ ਸੁਪਨੇ ਦੇ ਵਿੱਚ ਕੱਟ ਦਿੱਤਾ। ਇਸ ਕਰਕੇ ਮਹਾਰਾਜ ਕਹਿੰਦੇ, ਗੁਰੂ ਦੀ ਸੰਗਤ ਦੇ ਵਿੱਚ ਆਣ ਕਰਕੇ ਵੀ ਕਰਮ ਜਿਹੜੇ ਨੇ ਉਹ ਬਦਲ ਜਾਂਦੇ ਨੇ। ਲੇਖ ਜਿਹੜੇ ਨੇ ਉਹਨਾਂ ਨੂੰ ਗੁਰੂ ਮੇਟ ਦਿੰਦਾ ਹੈ, ਮਾੜੇ ਕਰਮਾਂ ਨੂੰ ਮੇਟ ਦਿੰਦਾ ਹੈ। ਦੋਸ਼ ਨਾ ਕਾਹੂ ਜੋਗ, ਇਹਦਾ ਦੋਸ਼ ਜਿਹੜਾ ਹੈ ਉਹ ਤੂੰ ਹੋਰ ਕਿਸੇ ਨੂੰ ਨਾ ਦੇ। ਸਤਿਗੁਰੂ ਕਹਿੰਦੇ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਦੇਖ ਭਾਈ, ਜਦੋਂ ਤੂੰ ਪਰਮ ਈਸ਼ਵਰ ਪਰਮਾਤਮਾ ਵਾਹਿਗੁਰੂ ਜੀਆਂ ਨੂੰ ਵਿਸਾਰ ਦੇਵੇਂਗਾ ਨਾ, ਤੇ ਵਿਆਪਣ ਸਭੇ ਰੋਗ, ਜਿੰਨੇ ਵੀ ਰੋਗ ਨੇ ਨਾ ਤੈਨੂੰ ਆਣ ਕਰਕੇ ਵਿਆਪ ਲੈਣਗੇ। ਧਰਮ ਗ੍ਰੰਥਾਂ ਦੇ ਅੰਦਰ 3 ਪ੍ਰਕਾਰ ਦੇ ਰੋਗ ਦੱਸੇ ਨੇ ਸਾਧ ਸੰਗਤ ਜੀ। ਇੱਕ ਰੋਗ ਹੈ ਸਰੀਰਕ ਰੋਗ, ਇੱਕ ਰੋਗ ਹੈ ਮਾਨਸਿਕ ਰੋਗ। ਸਾਧ ਸੰਗਤ ਦੇਖੋ, ਸਰੀਰਕ ਰੋਗ ਉਹ ਨੇ ਜਿਹੜੇ ਸਰੀਰ ਕਰਕੇ ਕਿਸੇ ਨੂੰ ਕੋਈ ਬਿਮਾਰੀ ਲੱਗ ਜਾਵੇ, ਉਹ ਰੋਗ ਮਹਾਰਾਜ ਕਹਿੰਦੇ ਪਰਮਾਤਮਾ ਨੂੰ ਭੁੱਲੇਗਾ ਤੇ ਤੈਨੂੰ ਆਣ ਕਰਕੇ ਚੰਬੜ ਜਾਣਗੇ। ਮਾਨਸਿਕ ਰੋਗ, ਕਿਸੇ ਦਾ ਬੁਰਾ ਚਿਤਵੇਂਗਾ, ਆਪਣੇ ਮਨ ਦੇ ਅੰਦਰ ਬੁਰਾਈ ਕਰੇਗਾ, ਐਸੇ ਰੋਗ ਤੈਨੂੰ ਆਣ ਕਰਕੇ ਚੰਬੜ ਜਾਣਗੇ। ਫਿਰ ਮਹਾਰਾਜ ਕਹਿੰਦੇ ਬੋਲੀ ਦੇ ਰੋਗ, ਗੁਰਬਾਣੀ ਦੇ ਰੋਗ, ਜੇਕਰ ਤੂੰ ਮੰਦਾ ਬੋਲੇਗਾ, ਨਿੰਦਿਆ ਕਰੇਗਾ ਆਪਣੀ ਜੀਭਾ ਦੇ ਨਾਲ, ਐਸੀ ਬੋਲੀ ਦੇ ਰੋਗ ਵੀ ਤੈਨੂੰ ਜਿਹੜੇ ਉਹ ਚਿੰਬੜਨਗੇ। ਜੇਕਰ ਪਰਮਾਤਮਾ ਨੂੰ ਵਿਸਾਰ ਦੇਵੇਂਗਾ, ਪਰਮਾਤਮਾ ਨੂੰ ਵਿਸਾਰਿਆਂ ਤੇਰੀ ਮੌਤ ਵੀ ਹੋ ਸਕਦੀ ਹੈ। ਮਰਣੰ ਬਿਸਰਣੰ ਗੋਬਿੰਦ ਹੈ, ਆਤਮਕ ਮੌਤੇ ਤੂੰ ਮਰੇਗਾ, ਜੀਵਨੰ ਹਰ ਨਾਮ ਧਿਆਵਣੈ। ਮਹਾਰਾਜ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਓ। ਜੇਕਰ ਤੂੰ ਪਰਮਾਤਮਾ ਨੂੰ ਵਿਸਾਰਦਾ ਹੈ, ਤੇਰੀ ਮੌਤ ਹੋ ਜਾਂਦੀ ਹੈ। ਵਿਆਪਣ ਸਭੇ ਰੋਗ, ਸਾਰੇ ਹੀ ਰੋਗ ਆਣ ਕਰਕੇ ਤੈਨੂੰ ਜਿਹੜੇ ਉਹ ਚਿੰਬੜ ਜਾਣਗੇ। ਵੇ ਮੁਖ ਹੋਏ RAM ਤੇ ਲੱਗਣ ਜਨਮ ਵਿਜੋਗ।
ਸਤਿਗੁਰੂ ਕਹਿੰਦੇ ਦੇਖ ਤੂੰ ਵੇਮੁਖ ਹੋ ਜਾਵੇਂ, ਪਰਮਾਤਮਾ ਵੱਲੋਂ ਆਪਣਾ ਮੂੰਹ ਫੇਰ ਲਵੇਂ, ਪਰਮਾਤਮਾ ਦੇ ਸਨਮੁਖ ਨਾ ਹੋਵੇਂ, ਗੁਰਮੁਖ ਨਾ ਰਵੇਂ ਔਰ ਮਨਮੁਖ ਬਣ ਜਾਵੇਂ, ਆਪਣੇ ਮਨ ਦੇ ਮਗਰ ਚੱਲੇ, ਗੁਰੂ ਦੀ ਮੱਤ ਨਾ ਲਵੇਂ, ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਫਿਰ ਮਹਾਰਾਜ ਕਹਿੰਦੇ ਜਨਮਾਂ ਜਨਮੰਤਰਾਂ ਦੇ ਵਿਛੋੜੇ ਪੈ ਜਾਂਦੇ ਨੇ, ਜਨਮਾਂ ਜਨਮੰਤਰਾਂ ਦਾ ਗੇੜ ਜਿਹੜਾ ਹੈ, ਜਨਮ ਮਰਨ ਦਾ ਚੱਕਰ ਜਿਹੜਾ ਹੈ ਉਹ ਪੈ ਜਾਂਦਾ ਹੈ ਜੇਕਰ ਤੂੰ ਪਰਮਾਤਮਾ ਤੋਂ ਵੇਮੁਖ ਹੋ ਜਾਵੇਂ। ਜੇ ਤੂੰ ਪਰਮਾਤਮਾ ਤੋਂ ਬੇਮੁਖ ਹੋ ਜਾਵੇਂ, ਸਾਧ ਸੰਗਤ ਮਹਾਰਾਜ ਕਹਿੰਦੇ ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਜਿੰਨੇ ਤੈਨੂੰ ਪਰਮਾਤਮਾ ਨੇ ਦਾਤਾਂ ਦਿੱਤੀਆਂ ਸਨ, ਦਿੱਤੀਆਂ ਹੋਈਆਂ ਪਰਮਾਤਮਾ ਦੀਆਂ ਦਾਤਾਂ ਵੀ ਕੌੜੀਆਂ ਹੋ ਜਾਂਦੀਆਂ ਨੇ ਜੇਕਰ ਤੂੰ ਪਰਮਾਤਮਾ ਨੂੰ ਭੁੱਲ ਜਾਵੇਂ। ਦਿੱਤੀ ਹੋਈ ਪਰਮਾਤਮਾ ਦੀ ਦਾਤ ਵੀ ਦੁੱਖ ਦੇਣ ਲੱਗ ਜਾਂਦੀ ਹੈ ਜੇ ਤੂੰ ਪਰਮਾਤਮਾ ਨੂੰ ਵਿਸਾਰ ਦਵੇਂ। ਪਰਮਾਤਮਾ ਨੂੰ ਭੁੱਲੇਗਾ, ਦਾਤਾਂ ਦੇ ਨਾਲ ਪ੍ਰੇਮ ਕਰੇਗਾ, ਉਹ ਦਾਤਾਂ ਤੈਨੂੰ ਕਦੇ ਵਾਸਤੇ ਸੁਖਦਾਇਕ ਨਹੀਂ ਕਰ ਸਕਦੀਆਂ। ਖਿਨਮੈ ਕੌੜੇ ਹੋਏ ਗਏ, ਜਿਤਨੇ ਮਾਇਆ ਦੇ ਭੋਗ ਸਨ ਨਾ ਉਹ ਸਾਰੇ ਹੀ ਕੌੜੇ ਹੋਏ ਗਏ, ਕਿਉਂਕਿ ਬਿਖੈ ਕੌੜ ਤਨ ਜਗਤ ਮਾਹੇ, ਬਿਖੈ ਕੌੜ ਤਨ ਸਗਲ ਮਾਹੇ, ਜਗਤ ਰਹੀ ਲਪਟਾਏ। ਮਹਾਰਾਜ ਕਹਿੰਦੇ ਇਹ ਮਾਇਆ ਦੀ ਭੋਗਾਂ ਦੀ ਕੌੜਤਨ ਜਿਹੜੀ ਹੈ ਨਾ ਹਰ ਇੱਕ ਜੀਵ ਨੂੰ ਚੰਬੜੀ ਹੋਈ ਹੈ, ਲੱਗੀ ਹੋਈ ਹੈ। ਬਿਖੈ ਕੌੜਤਨ ਸਗਲ ਮਾਹੇ, ਜਗਤ ਰਹੀ ਲਪਟਾਏ, ਨਾਨਕ ਜਨ ਵਿਚਾਰਿਆ ਮੀਠਾ ਹਰ ਕਾ ਨਾਉ। ਇਹ ਸਾਰੇ ਭੋਗ ਜਿਹੜੇ ਕੌੜੇ ਹੋ ਜਾਂਦੇ ਨੇ, ਫਿੱਕੇ ਪੈ ਜਾਂਦੇ ਨੇ, ਪਰ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਮਿੱਠਾ ਹੈ। ਖਿਨਮੈ ਕੌੜੇ ਹੋਏ ਗਏ, ਇੱਕ ਛਿਨ ਦੇ ਅੰਦਰ ਸਾਰੇ ਜਿੰਨੇ ਪਦਾਰਥ ਸਨ ਮਾਇਆ ਦੇ ਸਾਰੇ ਮਹਾਰਾਜ ਕਹਿੰਦੇ ਤੈਨੂੰ ਦੁੱਖ ਦੇਣ ਵਾਲੇ ਹੋ ਜਾਣਗੇ, ਸਾਰੇ ਹੀ ਤੈਨੂੰ ਦੁੱਖ ਦੇਣਗੇ। ਸਾਧ ਸੰਗਤ ਜਿਵੇਂ ਇੱਕ ਸ਼ਾਹੂਕਾਰ ਸੀ ਨਾ, ਮੈਂ ਆਪ ਜੀਆਂ ਨੂੰ ਜਨਮ ਦੀ ਗੱਲ ਦੱਸਣ ਲੱਗਾ ਹਾਂ। ਸ਼ਾਹੂਕਾਰ ਸੀ, ਉਹਦਾ ਬੜਾ ਪੁੰਨ ਪ੍ਰਤਾਪ ਸੀ, ਬੜੇ ਪੁੰਨ ਕਰਦਾ ਸੀ, ਤੇ ਉਹਨੂੰ ਪਤਾ ਲੱਗ ਗਿਆ ਮੇਰੀ ਮੌਤ ਹੋਣ ਵਾਲੀ ਹੈ। ਆਪਣੇ ਧੀਆਂ ਪੁੱਤਰਾਂ ਨੂੰ ਆਵਾਜ਼ ਮਾਰ ਕੇ ਕਹਿੰਦਾ ਮੈਂ ਸਰੀਰ ਤਿਆਗਣ ਲੱਗਾ ਹਾਂ, ਪਰ ਮੇਰਾ ਕੋਈ ਮਾੜਾ ਕਰਮ ਜਿਹੜਾ ਉਹ ਸਾਹਮਣੇ ਆਇਆ ਹੈ, ਉਸ ਮਾੜੇ ਕਰਮ ਦੇ ਨਾਲ ਮੇਰਾ ਜਨਮ ਜਿਹੜਾ ਹੈ ਨਾ ਸੂਰ ਦੇ ਘਰ ਦੇ ਵਿੱਚ ਹੋਵੇਗਾ। ਸਾਧ ਸੰਗਤ ਉਸ ਸ਼ਾਹੂਕਾਰ ਦਾ ਜਨਮ ਜਿਹੜਾ ਹੈ ਸੂਰਨੀ ਦੇ ਪੇਟ ਦੇ ਵਿੱਚੋਂ ਉਹਨੇ ਜਨਮ ਲਿਆ। ਆਪਣੇ ਧੀਆਂ ਪੁੱਤਰਾਂ ਨੂੰ ਇਹ ਨਿਸ਼ਾਨੀ ਦੇ ਕਰਕੇ ਗਿਆ ਸੀ ਕਿ ਮੇਰੀ ਖੱਬੀ ਵੱਖੀ ਦੇ ਅੰਦਰ ਚਿੱਟਾ ਡੱਬ ਹੋਵੇਗਾ। ਧੀਆਂ ਪੁੱਤਰਾਂ ਨੇ ਜਦੋਂ ਜਾ ਕਰਕੇ ਦੇਖਿਆ, ਸੂਰਨੀ ਨੇ 12 ਬੱਚੇ ਦਿੱਤੇ ਸਨ, 12 ਦੇ ਵਿੱਚੋਂ ਸਾਧ ਸੰਗਤ ਜੀ ਇੱਕ ਦੀ ਖੱਬੀ ਵੱਖੀ ਦੇ ਉੱਪਰ ਚਿੱਟਾ ਡੱਬ ਦੇਖ ਕਰਕੇ ਬੜੇ ਹੈਰਾਨ ਹੋਏ ਕਿ ਸਾਡੇ ਪਿਤਾ ਦੀ ਗੱਲ ਜਿਹੜੀ ਹੈ ਉਹ ਸੱਚੀ ਹੋਈ ਹੈ, ਸਾਡੇ ਪਿਤਾ ਨੇ ਜਿਵੇਂ ਕਿਹਾ ਹੈ ਉਹ ਸੱਤ ਹੋਇਆ ਹੈ। ਜਦੋਂ ਉਹਨੂੰ ਫੜ ਕਰਕੇ ਮਾਰਨ ਲੱਗੇ ਨਾ ਕਿ ਇਹਦੀ ਖਲਾਸੀ ਕਰ ਦਈਏ, ਤੇ ਉਹ ਬੜਾ ਵੈਰਾਗ ਵਿਰਲਾਪ ਉਹਨੇ ਕੀਤਾ, ਉੱਚੀ ਚੀਕ ਚਿਹਾੜਾ ਕੀਤਾ ਕਿ ਜਿਵੇਂ ਮਨੁੱਖਾ ਜਨਮ ਦੇ ਵਿੱਚ ਭੋਗ ਚੰਗੇ ਲੱਗਦੇ ਸਨ, ਮਨੁੱਖਾ ਜਨਮ ਜਿਹੜਾ ਉਹ ਚੰਗਾ ਲੱਗਦਾ ਸੀ ਨਾ, ਇਸੇ ਤਰ੍ਹਾਂ ਹੁਣ ਮੈਨੂੰ ਇਹ ਜਿਹੜੀ ਜੂਨ ਹੈ ਨਾ ਉਹ ਚੰਗੀ ਲੱਗਦੀ ਹੈ। ਇਸੇ ਕਰਕੇ ਮਹਾਰਾਜ ਕਿਹਾ ਜਿਤੜੇ ਮਾਇਆ ਭੋਗ, ਜਿੰਨੇ ਵੀ ਇਹ ਮਾਇਆ ਦੇ ਭੋਗ ਨੇ, ਇਹ ਜੂਨਾ ਆਦਿਕ ਨੇ, ਜਨਮ ਮਰਨ ਦਾ ਚੱਕਰ ਹੈ, ਉਹ ਸਾਰੇ ਇੱਕ ਫਿੱਕੇ ਪੈ ਜਾਂਦੇ ਨੇ। ਕਿਉਂਕਿ ਮਹਾਰਾਜ ਜੀ ਕਹਿੰਦੇ ਦੇਖ ਭਾਈ, ਪਰਮਾਤਮਾ ਵਾਹਿਗੁਰੂ ਜੀਆਂ ਨੂੰ ਯਾਦ ਰੱਖ, ਪਰਮਾਤਮਾ ਨੂੰ ਯਾਦ ਰੱਖੇਗਾ ਤੇ ਇਸ ਮਨੁੱਖਾ ਜਨਮ ਦੇ ਅੰਦਰ ਤੇਰੀ ਬੰਦ ਖਲਾਸੀ ਹੋ ਜਾਵੇਗੀ। ਨਹੀਂ ਤੇ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਦੇ ਅੰਦਰ ਭੜਕ ਕਰਕੇ, ਕਿੰਨੀਆਂ ਕੁ ਜੂਨਾਂ ਦੇ ਅੰਦਰ ਧੱਕੇ ਤੋੜੇ ਤੈਨੂੰ ਖਾਣੇ ਹੋਰ ਪੈਣਗੇ। ਅਜੇ ਮਹਾਰਾਜ ਕਹਿੰਦੇ ਖਿਨਮੇ ਕੌੜੇ ਹੋਏ ਗਏ, ਉਹ ਸਾਰੇ ਇੱਕ ਛਿਨ ਦੇ ਵਿੱਚ ਪਦਾਰਥ ਕੌੜੇ ਫਿੱਕੇ ਪੈ ਜਾਂਦੇ ਨੇ। ਜਿਤੜੇ ਮਾਇਆ ਭੋਗ, ਜਿਹੜੇ ਮਾਇਆ ਦੇ ਪਦਾਰਥ ਨੇ, ਭੋਗ ਨੇ, ਸਤਿਗੁਰੂ ਕਹਿੰਦੇ ਫਿਰ ਇਸ ਤਰ੍ਹਾਂ ਕੀ ਹੋਵੇਗਾ, ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ਼। ਦੇਖ ਭਾਈ, ਤੇਰੀ ਵਿਚੋਲਗੀ ਫਿਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਕੋਈ ਨਹੀਂ ਕਰੇਗਾ, ਵਿੱਚ ਨਾ ਕੋਈ ਕਰ ਸਕੈ। ਚੱਚੇ ਨੂੰ ਔਂਕੜ ਹੈ, ਇਸ ਤੋਂ ਭਾਵ ਵਿਚੋਲਗੀ ਤੇਰੀ ਦਰਗਾਹ ਦੇ ਅੰਦਰ ਕੀਤੇ ਹੋਏ ਮੰਦੇ ਕਰਮਾਂ ਦੀ ਕੋਈ ਵਿਚੋਲਗੀ ਨਹੀਂ ਕਰੇਗਾ, ਤੈਨੂੰ ਕੋਈ ਛਡਾਵੇਗਾ ਨਹੀਂ ਕਿ ਤੂੰ ਮੰਦੇ ਕਰਮ ਕੀਤੇ, ਕੋਈ ਵਿਚੋਲਾ ਪਾ ਕੇ ਪਰਮਾਤਮਾ ਨੂੰ ਆਖੇ ਕਿ ਮੇਰੀ ਬੰਦ ਖਲਾਸੀ ਕਰ ਦਵੋ। ਤੈਨੂੰ ਲੇਖਾ ਜੋਖਾ ਜਿਹੜਾ ਹੈ ਉਹ ਆਪ ਦੇਣਾ ਪਵੇਗਾ।
किस थै रोवै रोज, फिर तू रोज किस अगे रोना करेगा, फिर तेरी किसे ने भी नहीं सुननी। कीते हुए कर्मां दा कतक कर्म कमावने, फल तैनू जेड़ा है वो भोगना पवेगा, भुगतना पवेगा। कीता किशु न होवई, लिखिया धुर संजोग। फिर कुछ भी करन दे नाल, उपाय करन दे नाल कुछ भी प्राप्त नहीं होना। लिखिया धुर संजोग, जो परमात्मा वाहिगुरु जियां ने लिखिया है ना, वही तेनू भोगना पवेगा। साध संगत जी, भगत कबीर जियां ने इसे करके ही बचन कीते ने ना। कहंदे जब लग जरा रोग नहीं आया, कहंदे देख अजे तक तैनू बुढ़ापा रोग नहीं आया, तू परमात्मा दा नाम जप लै। जब लग काल ग्रसी नहीं काया, कहंदे अजे तक तैनू मौत ने आन करके घेरिया नहीं, तू परमात्मा दा नाम क्यों नहीं जपदा। कहंदे जब लग बिकल भई नहीं बानी, कहंदे देख अजे तेरी जीभ जेड़ी है ना वो थिड़कदी नहीं। बड़ा सुंदर बोलदी है, बड़ी सुरीली आवाज़ दे विच बोलदी है, तू परमात्मा दा नाम क्यों नहीं जपदा। भज लेहे रे मन सारंग पानी, कहंदे क्यों परमात्मा वाहिगुरु जियां दा भजन नहीं करदा। अब ना भजो भजो कब भाई, कहंदे तू हुण परमात्मा दा भजन नहीं करदा ते कदों करेंगा। अब ना भजो भजो कब भाई, आवे अंत ना भज्या जाई। कहंदे अखीर दे विच जदों मौत ने आन करके तैनू घेर लिया, फिर याद रखी तेरे कोलों परमात्मा वाहिगुरु जियां दा भजन जिहड़ा है ना, उहनूं करन दे वास्ते समा नहीं मिलेगा। वडभागी मेरा प्रभ मिलै, तां उतरै सब वियोग। वड्डियां भागां दे नाल जे वो परमात्मा वाहिगुरु मिल जावे, परमात्मा की प्राप्ति हो जावे, तां उतरै है सब वियोग। जिन्ने विछोड़े हन झोरे हन, जिन्ने दुख ने ना, वो सारे ही महाराज कहंदे खत्म हो जाते हैं, वो सारे ही उतर जाते हैं। नानक कहो प्रभ राख ले, मेरे साहिब बंदी मोच। सतगुरु अगे अरदास करिए कि अपने सेवक नूं सतगुरु जी आप ही कृपा करके रख लेवो, आप ही रहमत करके दया करके रख लवो। मेरे साहिब बंदी मोच, क्योंकि तुसी बंधना तो छड़ाउण वाले हो, तुसी बंदी मुक्त करन वाले हो, बंधना तो खलासी दिवाउण वाले हो। महाराज गुरबाणी दे अंदर बचन करते ने ना, गई बहोड़ बंदी छोड़, निरंकार दुखदारी, कर्म न जाना धर्म न जाना, लोभी माया धारी। नाम परयो भगत गोविंद का, ये राखो पैज हमारी। सतगुरु ये साडी पैज रख लवो। हुण असीं तुहाडे सेवक अखवाउंदे हां, लोग सानू तुहाडे सेवक आखदे ने, तुहाडे भगत आखदे ने। तुसीं कृपा करके सानू बंधना तो खलासी करवा दवो। गुरु हरगोबिंद साहिब जी महाराज जियां ने उन्हां 52 राजियां नूं सतगुरु जियां ने रिहा करवाया है ना, ऐसा दाता बंदी छोड़ सतगुरु अगे अरदास करनी चाहिए है। सतगुरु बंदी मोच सतगुरु जी सानू छड़ा लवो। हे सच्चे पातशाह वाहिगुरु सानू जमा तो बंद खलासी करवा दे, ते सतगुरु कृपा करके अखीर दे विच इस महीने का सरलेख बख्शिश करके साडे जीवां दे भले हित बचन कर दे। कतक होवे साध संग, बिन सभे सोच। अखीर दे विच फिर सतगुरु कहंदे जेकर कतक दे महीने दे अंदर साध संगत कीती जावे, बिन सभे सोच, जिन्नियां दुख तकलीफां ने सोच ने झोरे ने वो सारे खत्म हो जाते ने। क्योंकि साध संगत दे विच ऐसी वड्डी साध संगत जी आपां कहिए कि वड्डी ताकत है, कर्मां दा नखेड़ा कर दिंदी है। चंगे कर्मां नूं कमाउण दे वास्ते साध संगत जरूरी है। गुरु की संगत जिहड़ी वो चंगे कर्मां नूं प्राप्त करवाउंदी है, मंदे कर्मां दा नखेड़ा करदी है, उन्हां नूं मेट दिंदी है। साध संगत कोई मंदे कर्मां वाला गुरु की संगत दे विच आ जावे ना, उहदे मंदे कर्म एक छिन दे विच सड़ करके स्वाह हो जांदे ने। और गुरु की संगत चंगे कर्म
ਔਰ ਚੰਗੇ ਗੁਣ ਉਹਨੂੰ ਬਖਸ਼ ਦਿੰਦੀ ਹੈ। ਤੇ ਜੇਕਰ ਕੋਈ ਭੁੱਲ ਭੁਲੇਖੇ ਜਾ ਕਰਕੇ ਚੰਗੀ ਸੰਗਤ ਤੋਂ ਵਿਛੜ ਕਰਕੇ ਬੁਰੀ ਸੰਗਤ ਦੇ ਵਿੱਚ ਚਲਿਆ ਜਾਵੇ, ਜਿੰਨੇ ਚੰਗੇ ਕਰਮ ਨੇ, ਜਿੰਨੇ ਚੰਗੇ ਗੁਣ ਨੇ, ਉਹ ਸਾਰੇ ਸੜ ਕਰਕੇ ਸਵਾਹ ਹੋ ਜਾਂਦੇ ਨੇ। ਇਸ ਕਰਕੇ ਦਾਸ ਨੇ ਆਰੰਭ ਦੇ ਵਿੱਚ ਬੇਨਤੀ ਕੀਤੀ, ਆਪ ਸਾਧ ਸੰਗਤ ਰੂਪੀ ਬੇੜੀ ਦੇ ਵਿੱਚ ਬੈਠੇ ਹੋ, ਜਿਸ ਬੇੜੀ ਦੇ ਵਿੱਚ ਕੇਵਲ ਚੰਗੇ ਗੁਣ ਪ੍ਰਾਪਤ ਹੁੰਦੇ ਨੇ, ਜਿਸ ਬੇੜੀ ਜਿਹੜੀ ਹੈ ਇਸ ਭਵਜਲ ਦੇ ਵਿੱਚੋਂ ਪਾਰ ਲੰਘਾ ਲੈਂਦੀ ਹੈ। ਨਾਵ ਰੂਪ ਭਇਓ ਸਾਧ ਸੰਗ ਭਾਵਨਿਦ ਪਾਰ ਪਰਾ, ਕਿਉਂਕਿ ਪਾਵਕ ਤੋਂ ਅਸਾਧ ਘੋਰੰ ਅਗਮ ਤੀਰਨੈ ਲੰਘਣੈ। ਮਹਾਰਾਜ ਕਹਿੰਦੇ ਦੇਖ, ਇਹ ਸੰਸਾਰ ਦੇ ਅੰਦਰ, ਸਮੁੰਦਰ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਨਾ ਉਹ ਬਲ ਰਹੀ ਹੈ, ਵਿਸ਼ਿਆਂ ਦਾ ਪਾਣੀ ਜਿਹੜਾ ਹੈ ਨਾ ਉਹ ਠਾਠਾਂ ਮਾਰ ਰਿਹਾ ਹੈ। ਪਾਵਕ ਤੋਂ ਅਸਾਧ ਘੋਰੰ ਅਗਮ ਤੀਰਨੈ ਲੰਘਣੈ, ਕਹਿੰਦੇ ਇਸ ਸਮੁੰਦਰ ਦੇ ਵਿੱਚ ਤੁਸੀਂ ਫਸੇ ਹੋਏ ਹੋ, ਪਰ ਇਹਦਾ ਕੋਈ ਕੰਢਾ ਨਜ਼ਰ ਨਹੀਂ ਆਉਂਦਾ, ਕੋਈ ਆਰਲਾ ਤੇ ਪਾਰਲਾ ਕੰਢਾ ਨਜ਼ਰ ਨਹੀਂ ਆਉਂਦਾ ਜਿੱਥੇ ਜਾ ਕਰਕੇ ਖੜੀਏ। ਪਰ ਮਹਾਰਾਜ ਕਹਿੰਦੇ ਭਜ ਸਾਧ ਸੰਗ ਗੋਪਾਲ ਨਾਨਕ, ਸਾਧ ਸੰਗਤ ਵਿੱਚ ਆਣ ਕਰਕੇ ਪਰਮਾਤਮਾ ਵਾਹਿਗੁਰੂ ਜੀਆਂ ਦਾ ਭਜਨ ਕਰੀਏ। ਹਰ ਚਰਨ ਸਰਣ ਉਦਰਣ ਕਿਰਪਾ, ਗੁਰੂ ਦੀ ਚਰਨ ਲੈ ਕੇ, ਪਰਮਾਤਮਾ ਦੀ ਸ਼ਰਨ ਲੈ ਕਰਕੇ, ਚਰਨਾਂ ਦੇ ਨਾਲ ਪ੍ਰੇਮ ਕਰਕੇ ਤੇ ਤੁਹਾਡਾ ਉਧਾਰ ਹੋ ਜਾਵੇਗਾ। ਸਾਧ ਸੰਗਤ ਦੀ ਐਸੀ ਵਡਿਆਈ ਹੈ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਭਾਈ ਗੁਰਦਾਸ ਜੀ ਕਹਿੰਦੇ ਸਾਧ ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ, ਲੋਕ ਪ੍ਰਲੋਕ ਸੁਖਦਾਇਕ ਸਹਾਈ ਹੈ। ਕਹਿੰਦੇ ਗੁਰੂ ਦੇ ਸਿੱਖਾਂ ਦਾ, ਗੁਰੂ ਦੀ ਸੰਗਤ ਦਾ ਮਿਲਾਪ ਐਸਾ ਹੈ, ਉਹਦਾ ਪ੍ਰਤਾਪ ਐਸਾ ਹੈ ਕਿ ਲੋਕ ਦੇ ਅੰਦਰ, ਪਰਲੋਕ ਦੇ ਅੰਦਰ ਜੀਵ ਜਿਹੜੇ ਨੇ ਸਾਧ ਸੰਗਤ ਕਰਕੇ ਫਿਰ ਸੁੱਖ ਪਾਉਂਦੇ ਨੇ। ਸਤਿਗੁਰੂ ਜੀ ਕਿਰਪਾ ਕਰਨ ਇਹ ਕੱਤਕ ਦਾ ਮਹੀਨਾ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ। ਸਤਿਗੁਰੂ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਇਸ ਮਹੀਨੇ ਆਪ ਹੀ ਸਾਰੇ ਕਾਰਜ ਕਰਮ ਜਿਹੜੇ ਨੇ ਉਹ ਕਰਵਾ ਲੈਣ। ਯਤਨ ਕਰੀਏ ਚੰਗੇ ਕਰਮਾਂ ਨੂੰ ਕਰਨ ਦਾ। ਸਤਿਗੁਰੂ ਆਪ ਰਹਿਮਤ ਕਰਕੇ, ਵਡਿਆਈ ਬਖਸ਼ਿਸ਼ ਕਰਕੇ ਆਪ ਹੀ ਆਪਣੇ ਗੁਰਸਿੱਖਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਰਹਿੰਦੇ ਨੇ। ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ, ਕਿਉਂਕਿ ਸਤਿਗੁਰੂ ਜੀਆਂ ਦੀ ਗੁਰਬਾਣੀ ਅਗਾਧ ਬੋਧ ਹੈ। ਇਸ ਦੀ ਵਿਚਾਰ ਸਾਡੇ ਵਰਗੇ ਅਣਜਾਣ ਜੀਵ ਨਹੀਂ ਕਰ ਸਕਦੇ। ਪਰਮਾਤਮਾ ਆਪ ਹੀ ਕਿਰਪਾ ਕਰੇ, ਆਪਣੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਆਪ ਹੀ ਆਪਣੀ ਮਨ ਮਰਜ਼ੀ ਦੇ ਨਾਲ ਅਗਾਂਹ ਤੋਂ ਵੀ ਕਰਵਾਉਣ, ਹੋਈਆਂ ਭੁੱਲਾਂ ਦੀ ਮੁਆਫੀ ਦੇ ਦੇਣੀ, ਆਪ ਸਰਬੱਤ ਸੰਗਤ ਬਖਸ਼ਣ ਯੋਗ ਹੋ ਬਖਸ਼ ਲੈਣਾ। ਆਓ ਭੁੱਲਾਂ ਨਾ ਚਿਤਾਰਿਓ, ਗੁਣ ਆਪਣੀ ਝੋਲੀ ਦੇ ਵਿੱਚ ਪਾਇਓ, ਅਸੀਸ ਬਖਸ਼ਿਸ਼ ਕਰੋ। ਅਸੀਸ ਬਖਸ਼ਦਿਆਂ ਹੋਇਆਂ ਸਰਬੱਤ ਸੰਗਤਾਂ ਗੱਜ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਰਾਜਵਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਕੱਤੇ ਦੇ ਮਹੀਨੇ ਦੀ ਵਿਚਾਰ ਜਿਹੜੀ ਹੈ ਸਰਵਣ ਕਰਾਈ ਹੈ।